ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ। ਖੰਭ ਬਿਕੰਦੜੇ ਜੇ ਲਹਾ ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨੇ ਉਪਾਇਆ ਭਾਈ। ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਬਥ ਸਭ ਜਗ ਜਿਨੇ ਉਪਾਇਆ ਭਾਈ। ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਬਥ ਕਿਨ ਕਹੀਐ ਕਿਉ ਦੇਖੀਐ ਭਾਈ। ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ। ਜਿਸ ਤੇ ਜਪੈ ਤਥ ਮੇਰੇ ਮਨ ਜਪੀਐ ਹਰਿ ਭਗਵੰਤਾ। ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ। ਜਾ ਕੇ ਘਰ ਸਭ ਕਿਛ ਹੈ ਭਾਈ। ਨੌ ਨਿਧ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ। ਉੱਚਾ ਅਗਮ ਅਪਾਰ ਜੀ ਜੰਤ ਪ੍ਰਤਿਪਾਲਦਾ ਭਾਈ। ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ। ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਐ ਭਾਈ। ਭ੍ਰਮ ਪਾ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਹਰਿ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ। ਕਮਲ ਹੋਵੈ ਪ੍ਰਗਾਸ ਗੁਰ ਵਚਨੀ ਸੁਖ ਊਪਜੈ ਭਾਈ। ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ। ਹੋਈਐ ਸਭ ਕੀ ਧੂਰ
ਘਟ ਘਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜੂਰ। ਜੇਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਝੂਰ। ਕਰਨ ਕਰਾਵਣ ਸਮਰੱਥੋ ਭਾਈ, ਸਰਬ ਕਲਾ ਭਰਪੂਰ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ਼। ਤਿਸ ਭਾਵੈ ਤਾ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪ੍ਰਗਾਸੀਐ ਭਾਈ, ਹਿਰਦੈ ਹੋਵੈ ਪ੍ਰਗਾਸ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤਿ ਆਕਾਸ। ਗੁਰਪੂਰੈ ਸੰਤੋਖਿਆ ਭਾਈ, ਐਨਸ ਲਾਗਾ ਭਾਓ। ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸੁਆਓ। ਕਰਨੀ ਸੁਣ ਸੁਣ ਜੀਵਿਆ ਭਾਈ, ਨਿਚਲ ਪਾਇਆ ਥਾਓ। ਜਿਸ ਪ੍ਰਤੀਤ ਨ ਆਵੈ ਭਾਈ, ਸੋ ਜੀਅੜਾ ਜਲ ਜਾਓ। ਬਹੁ ਗੁਣ ਮੇਰੇ ਸਾਹਿਬ ਭਾਈ, ਹਉ ਤਿਸ ਕੈ ਬਲ ਜਾਓ। ਉਹ ਨਿਰਗੁਣਿਆਰੇ ਪਾਲਦਾ ਭਾਈ, ਦੇ ਨਿਥਾਵੇ ਥਾਓ। ਰਿਜ਼ਕ ਸੰਵਾਹੇ ਸਾਸ ਸਾਸ ਭਾਈ, ਗੂੜਾ ਜਾਕਾ ਨਾਓ। ਜਿਸ ਗੁਰ ਸਾਚਾ ਭੇਟੀਐ ਭਾਈ, ਪੂਰਾ ਤਿਸ ਕਰਮਾਓ। ਤਿਸ ਬਿਨ ਘੜੀ ਨਾ ਜੀਵੀਐ ਭਾਈ, ਸਰਬ ਕਲਾ ਭਰਪੂਰ। ਸਾਸ ਗਿਰਾਸ ਨ ਬਿਸਰੈ ਭਾਈ, ਪੇਖੋਂ ਸਦਾ ਹਜੂਰ। ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰ। ਜਿਨ੍ਹਾਂ ਪ੍ਰੀਤ ਨ ਲੱਗੀਆ ਭਾਈ, ਸੇ ਨਿਤ ਨਿਤ ਮਰਦੇ ਝੂਰ। ਅੰਚਲ ਲਾਏ ਤਰਾਇਆ ਭਾਈ, ਭੌਜਲ ਦੁਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀਤੋਂ ਨੇ ਅੰਗ ਅਪਾਰ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਭਾਈ, ਜੇ ਕਿਲ ਵਿਖ ਕਾਟਣ ਹਾਰ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਭਾਈ, ਜੇ ਕਿਲ ਵਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ, ਤਾਰੋ ਤਾਰਨ ਹਾਰੇ। ਜਿਉ ਬੁਲਾਵੇ ਤਿਉ ਬੋਲੇ ਸੁਆਮੀ,
कुदरत कवण हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। वाहिगुरु जी आप जसंग मिटंत सतपुत्रै, सिमरत अभय हृदय गुर मंत्रणे। प्रीतम भगवान अच्युत, नानक संसार सागर तारणै। मरणं विसरणं गोबिंदै, जीवनं हर नाम ध्यावणै। लभणं साध संगेण, नानक हर पूरब लिखणै। परम सन्मानयोग दसा पातशाहियां की आत्मिक जोत, जुगो जुग अटल धन श्री गुरु ग्रंथ साहिब महाराज जी के पावन पवित्र चरनां दे अंदर जुड़ बैठे बड़भागी गुरसिख प्यारिओ, आओ गुरु चरनां में सुरत एकागर करदे आं, गुरफतेह दी सांझ पाईए। प्रेम सहित सारी संगत आखो जी वाहिगुरु जी का खालसा, वाहिगुरु जी की फतेह। सतगुरां दी अपार कृपा सदका पावन स्थान ते चल रही गुरबाणी दी लड़ीवार विचार विचों सतगुरां दे पावन बचनां दा पाठ प्रेम से श्रवण कीता है। गाथा सरलेख हेठ पंजवें पातशाह धन गुरु अर्जन देव महाराज जी दे ये पावन बचन गुरु ग्रंथ साहिब महाराज जी दे पावन अंग 1360 ਅਤੇ 61 उत्ते सुभाएमान ਹਨ। कल दे बचनां विच आपां विचार रहे सी। साहिब ने बचन कहे सन कि भाई मैं एक ऐसा मित्र सज्जन लभ लिया है ਜਿਹੜਾ कदे मेरा साथ नहीं त्यागदा, हर वेले हर जगह ते सदा नाल निभदा है। आसा की बार अंदर भी जदों रागी सिंह कीर्तन करते ने, सह बाणी च बचन करते ने, कहते गुरमुख ढूंढ ढूंढिंदिया हर सज्जन लद्दा राम राजे। सारे संसार विच लभ के एक ऐसा मित्र मिलिया, ऐसा सज्जन मिलिया जिहड़ा सदा ही साथ दिंदा। पर वो जिहड़े प्यारिਆਂ ਨੂੰ मिल जाए, जिहड़े उस नाल सांझ बना लैण, जीवन उन्हां दा ही सफल है। नहीं तो संसार विच सुख में आन बहुत मिल बैठत रहत, चहु दिस घेरै। बिपत परे सब ही संग छाड़ित, को ना आवत नेरै। नहीं तो ये हालात ने कि सुखा वेले तो हरेक ही बंदे का अपना है, पर दुख पैंदियां ही सारे अपने साथ छड़ देंदे ने। पर साहिब कहते जिहड़ा मालक मित्र मैनू लभ्या है वो सदा नाल निभदा है। इस करके तू भी उहदे नाल सांझ बनाउणी कर। अज दी पावन बचनां च हजूर फिर कृपा करदे ने। साहिब बचन करते ने, कहते आप जसंग मिटंत सतपुत्रै। कई बारी इस तरह का हुंदा है संसार विच कि पिता की संगत गलत होवे, पिता के कर्म माड़े होवन, भैड़े कर्म करदा होवे, संसार विच पिता की
ਦੁਰਗਤੀ ਹੋਵੇ, ਬੇਇੱਜ਼ਤੀ ਹੁੰਦੀ ਹੋਵੇ ਕਿ ਜੀ ਇਹਦਾ ਜੀਵਨ ਚੰਗਾ ਨਹੀਂ, ਇਹ ਨਸ਼ੇ ਕਰਦਾ ਹੈ, ਇਹ ਹੋਰ ਭੈੜੀ ਸੰਗਤ ਵਿੱਚ ਫਸਿਆ ਹੋਇਆ ਹੈ। ਜੇ ਪਿਤਾ ਦੇ ਜੀਵਨ ਤੇ ਕਲੰਕ ਲੱਗੇ ਹੋਏ ਨੇ ਭੈੜੇ ਕਰਮਾਂ ਦੇ, ਜਾਂ ਪਰਿਵਾਰ ਦੇ ਉੱਤੇ ਹੀ ਕਈ ਵਾਰੀ ਪਰਿਵਾਰ ਦੇ ਵਿੱਚ ਕੋਈ ਮੈਂਬਰ ਇਸ ਤਰ੍ਹਾਂ ਦੇ ਕੰਮ ਕਰ ਦਿੰਦਾ ਹੈ, ਸਮਾਜ ਵਿੱਚ ਬੇਇੱਜ਼ਤੀ ਹੋ ਜਾਂਦੀ ਹੈ, ਅਪਜਸ ਹੁੰਦਾ ਹੈ। ਹੁਣ ਜਿਸ ਪਰਿਵਾਰ ਦੀ ਸੰਸਾਰ ਵਿੱਚ ਬੇਇੱਜ਼ਤੀ ਹੋਈ ਹੋਵੇ, ਉਹਨਾਂ ਨੂੰ ਕੋਈ ਮਾਨ ਸਨਮਾਨ ਨਾ ਦਿੰਦਾ ਹੋਵੇ, ਆਦਰ ਨਾ ਕੋਈ ਕਰਦਾ ਹੋਵੇ, ਕਰਮ ਹੀ ਇਸ ਤਰ੍ਹਾਂ ਦੇ ਹੋਵਣ, ਤੇ ਸਤਿਗੁਰੂ ਕਹਿੰਦੇ ਉਹਨਾਂ ਦੇ ਘਰ ਵਿੱਚ ਕੋਈ ਔਲਾਦ, ਕੋਈ ਪੁੱਤਰ ਇਸ ਤਰ੍ਹਾਂ ਦਾ ਪੈਦਾ ਹੋ ਜਾਏ ਜਿਹੜਾ ਧਰਮ ਦੇ ਰਸਤੇ ਤੇ ਤੁਰਨ ਵਾਲਾ ਜਾਂ ਜ਼ਿੰਦਗੀ ਵਿੱਚ ਮਿਹਨਤ ਕਰਨ ਵਾਲਾ ਹੋਵੇ, ਤੇ ਪਰਿਵਾਰ ਵਿੱਚ ਪੈਦਾ ਹੋਇਆ ਕੋਈ ਚੰਗਾ ਪੁੱਤਰ, ਕੋਈ ਚੰਗੀ ਧੀ, ਪਰਿਵਾਰ ਦੇ ਮੱਥੇ ਤੇ ਲੱਗਿਆ ਕਾਲਖ ਦਾ ਦਾਗ ਮਿਟਾ ਦਿੰਦੀ। ਸਾਹਿਬ ਕਹਿੰਦੇ ਨੇ ਅਪਜਸੰ ਮਿਟੰਤ ਸਤ ਪੁੱਤਰੈ, ਜਿਹੜਾ ਅਪਜਸ ਹੋ ਰਿਹਾ ਸੀ ਪਰਿਵਾਰ ਦਾ, ਬੇਇੱਜ਼ਤੀ ਹੁੰਦੀ ਸੀ, ਲੋਕੀ ਬੁਰੇ ਵਚਨ ਬੋਲਦੇ ਸਨ ਪਰਿਵਾਰ ਦੇ ਵਾਸਤੇ, ਜਦੋਂ ਉਸ ਪਰਿਵਾਰ ਵਿੱਚ ਕੋਈ ਚੰਗੇ ਮੱਤ ਵਾਲਾ ਕੋਈ ਔਲਾਦ, ਕੋਈ ਪੁੱਤਰ ਧੀ ਪੈਦਾ ਹੋਏ ਤੇ ਪਰਿਵਾਰ ਦਾ ਅਪਜਸ ਭਾਵ ਕੇ ਬੇਇੱਜ਼ਤੀ ਮਿਟ ਜਾਂਦੀ ਹੈ। ਲੋਕੀ ਉਸ ਪਰਿਵਾਰ ਦਾ ਸਨਮਾਨ ਕਰਨ ਲੱਗ ਪੈਂਦੇ ਨੇ ਜੇ ਉਸ ਘਰ ਵਿੱਚ ਬੱਚੇ ਚੰਗੇ ਹੋਣ। ਸੰਸਾਰ ਕਹਿੰਦਾ ਜੀ ਚਲੋ ਬਜ਼ੁਰਗ ਤਾਂ ਜਿਹੋ ਜਿਹੇ ਹੈਗੇ ਹੀ ਸਨ, ਪਰ ਬੱਚੇ ਬੜੇ ਲਾਇਕ ਨੇ, ਬੱਚਿਆਂ ਨੇ ਸੋਹਣਾ ਜੀਵਨ ਗੁਜ਼ਾਰਿਆ ਹੈ। ਸਤਿਗੁਰੂ ਕਹਿੰਦੇ ਨੇ ਭਾਈ ਪਿਛਲੀਆਂ ਕਾਲਖਾਂ, ਪਿਛਲੇ ਕਲੰਕ ਮਿਟ ਜਾਂਦੇ ਨੇ ਜੇ ਬੱਚੇ ਚੰਗੇ ਹੋਣ। ਕਈ ਪਰਿਵਾਰ ਆਪਾਂ ਵੇਖਦੇ ਹਾਂ ਮਾਪਿਆਂ ਦਾ ਜੀਵਨ ਬਹੁਤਾ ਚੰਗਾ ਨਹੀਂ, ਕੁਰਾਹੇ ਪਏ ਹੋਏ ਨੇ, ਪਰ ਬੱਚਿਆਂ ਦੇ ਜੀਵਨ ਵਿੱਚ ਗੁਰੂ ਦੀ ਬੜੀ ਕਿਰਪਾ ਹੁੰਦੀ। ਬੱਚਿਆਂ ਨੂੰ ਜੀਵਨ ਵਿੱਚ ਸਮਝ ਆ ਜਾਂਦੀ ਹੈ, ਸੱਚ ਦੇ ਰਸਤੇ ਤੇ ਤੁਰ ਪੈਂਦੇ ਨੇ। ਕਈ ਤਾਂ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਸੁਧਾਰਿਆ ਹੀ ਬੱਚਿਆਂ ਨੇ। ਵਿਗੜੇ ਹੋਏ ਰਸਤੇ ਤੇ ਤੁਰਨ ਵਾਲੇ ਮਾਤਾ ਪਿਤਾ ਨੂੰ ਲਾਈਨ ਤੇ ਲੈ ਕੇ ਆਉਣ ਵਾਲੇ ਬੱਚੇ ਨੇ, ਕਿਉਂਕਿ ਉਸ ਮਾਹੌਲ ਵਿੱਚ ਰਹਿ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਜਿਸ ਮਾਹੌਲ ਵਿੱਚ ਅਸੀਂ ਰਹਿ ਰਹੇ ਹਾਂ, ਸਾਡੇ ਮਾਪੇ ਜਿਹੜੇ ਭੈੜੇ ਕਰਮ ਕਰਦੇ ਨੇ ਕਿੰਨਾ ਕੁ ਦੁਖਦਾਈ ਨੇ। ਜਿਨ੍ਹਾਂ ਨੂੰ ਇਹ ਸਮਝ ਪੈ ਗਈ ਫਿਰ ਉਹ ਭੈੜੇ ਰਸਤੇ ਵੱਲ ਨਹੀਂ ਤੁਰਦੇ, ਉਹ ਆਪਣੇ ਰਸਤੇ ਖੁਦ ਬਣਾ ਲੈਂਦੇ ਆ, ਨਵੇਂ ਰਸਤੇ ਤੇ ਸੱਚ ਦੇ ਰਸਤੇ ਤੇ ਤੁਰ ਪੈਂਦੇ ਨੇ। ਉਹਨਾਂ ਨੂੰ ਵੇਖ ਕੇ ਸੰਸਾਰ ਵਿੱਚ ਸਾਡੇ ਵਰਗੇ ਲੋਕੀ ਕਹਿੰਦੇ ਨੇ ਭਾਈ ਇਹ ਪਰਿਵਾਰ ਭਾਵੇਂ ਕਿਹੋ ਜਿਹੇ ਸੀ ਪਰ ਬੱਚਿਆਂ ਨੇ ਬੜੀ ਚੰਗੀ ਲਾਈਨ ਪਕੜੀ, ਸੋਹਣਾ ਜੀਵਨ ਗੁਜ਼ਾਰ ਰਹੇ ਨੇ। ਤੇ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ, ਕਹਿੰਦੇ ਸਿਮਰਤ ਤਬਿਐ ਹਿਰਦੈ ਗੁਰ ਮੰਤਰਣੈ। ਜਿਵੇਂ ਪਰਿਵਾਰ ਵਿੱਚ ਕਲੰਕਿਤ ਹੋਵੇ ਪਰਿਵਾਰ ਤੇ ਬੱਚੇ ਚੰਗੇ ਹੋਵਣ, ਪਰਿਵਾਰ ਦੀ ਇੱਜ਼ਤ ਬਣ ਜਾਂਦੀ ਹੈ। ਉਸੇ ਤਰ੍ਹਾਂ ਹੀ ਬੰਦਾ ਦਾ ਆਪਣਾ ਜੀਵਨ ਬੁਰਾ ਹੋਵੇ, ਪਾਪ ਕਮਾਉਂਦਾ ਹੋਵੇ, ਪਾਪ ਕਮਾਉਣ ਵਾਲਾ ਵੀ ਜੇ ਗੁਰੂ ਕੇ ਮੰਤਰ ਭਾਵ ਕੇ ਸਤਿਗੁਰੂ ਦੀ ਸਿੱਖਿਆ ਤੇ ਚੱਲ ਕੇ ਮਾਲਕ ਦੇ ਸਿਮਰਨ ਵਿੱਚ ਜੁੜ ਜਾਵੇ ਤੇ ਸਤਿਗੁਰੂ ਕਹਿੰਦੇ ਉਹਦਾ ਵੀ ਬੇਇੱਜ਼ਤੀ, ਕਲੰਕ, ਉਹਦੇ ਔਗਣ ਸਾਰੇ ਮਿਟ ਜਾਂਦੇ। ਕਿਉਂਕਿ ਸਤਿਗੁਰੂ ਦੇ ਜਦੋਂ ਬਚਨ ਪੜ੍ਹਦੇ ਆ, ਸਾਹਿਬ ਕਹਿੰਦੇ ਨੇ ਭਾਈ ਜਿਵੇਂ ਕੋਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਮਝਾਉਂਦਾ ਹੈ, ਜਦੋਂ ਕੋਈ ਪਿਆਰਾ ਗੁਰੂ ਚਰਨਾਂ ਵਿੱਚ ਆ ਜਾਏ ਸਤਿਗੁਰੂ ਵੀ ਪਿਛਲੀਆਂ ਗਲਤੀਆਂ ਮੁਆਫ ਕਰਕੇ ਫਿਰ ਅੱਗੇ ਤੁਰਸਤੇ ਪਾ ਦਿੰਦੇ ਨੇ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ। ਮੇਰਾ ਗੁਰੂ ਪਿਛਲੇ ਔਗਣ ਬਖਸ਼ ਦਿੰਦਾ ਹੈ ਜੇ ਕੋਈ ਤੁਰਨਾ ਚਾਹੇ ਸੱਚ ਦੇ ਰਸਤੇ ਤੇ। ਇਹ ਨਹੀਂ ਕਿ ਜੀ ਅੱਜ ਗਲਤੀ ਮੰਨ ਲਈ ਤੇ ਸਤਿਗੁਰੂ ਨੇ ਮਾਫ ਕਰ ਦਿੱਤਾ ਫਿਰ ਜਾ ਕੇ ਫਿਰ ਗਲਤੀ ਕਰਨ ਲੱਗ ਪਵੇ। ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਵਾਲਾ ਜਿਹੜਾ ਜਾਣ-ਬੁੱਝ ਕੇ ਬਾਰ-ਬਾਰ ਗਲਤੀਆਂ ਕਰਦਾ ਉਹ ਨਹੀਂ ਮਾਫ ਹੁੰਦਾ। ਪਰ ਜਿਸ ਬੰਦੇ ਨੇ ਸੱਚਮੁੱਚ ਹੀ ਤੌਬਾ ਕਰ ਲਈ, ਸੱਚਮੁੱਚ ਹੀ ਪਛਤਾਵਾ ਹੋਇਆ ਮਨਾ ਪਿਛਲਾ ਜੀਵਨ ਤਾਂ ਬਹੁਤ ਗਲਤ ਸੀ, ਇਸ ਜੀਵਨ ਵਿੱਚੋਂ ਮੈਂ ਨਿਕਲਾਂ ਕਿਸੇ ਤਰੀਕੇ ਨਾਲ। ਜਦੋਂ ਕੋਈ ਡੁੱਬ ਰਿਹਾ ਹੋਵੇ, ਡੁੱਬਦਾ ਕੋਈ ਆਵਾਜ਼ਾਂ ਮਾਰੇ ਮੈਨੂੰ ਬਚਾ ਲਓ,
ਤੇ ਉਹਨੂੰ ਬਚਾਉਣ ਵਾਲਾ ਕੋਈ ਆ ਜਾਂਦਾ ਹੈ। ਤੇ ਸਤਿਗੁਰੂ ਜੀ ਬਾਣੀ ਵਿੱਚ ਵਚਨ ਕਰਦੇ ਨੇ, ਕਹਿੰਦੇ ਹੇ ਮਾਲਕ ਜੀ ਅਸੀਂ ਵੀ ਡੁੱਬ ਰਹੇ ਹਾਂ, ਕਿਰਪਾ ਕਰ ਬਾਂਹ ਦੇ, ਸਾਨੂੰ ਆਪਣਾ ਹੱਥ ਦੇ, ਅਸੀਂ ਬਚ ਸਕੀਏ। ਹੁਣ ਜਦੋਂ ਅਸੀਂ ਇਹ ਬੇਨਤੀਆਂ ਕਰਾਂਗੇ, ਮਾਲਕ ਜੀ ਬੁਰੇ ਜੀਵਨ ਕੋਲੋਂ ਤੰਗ ਹੋ ਗਏ ਹਾਂ, ਔਗਣਾਂ ਕੋਲੋਂ ਤੰਗ ਹੋ ਗਏ ਹਾਂ, ਬੁਰਾਈਆਂ ਕੋਲੋਂ ਤੰਗ ਹੋ ਗਏ ਹਾਂ, ਤੂੰ ਕਿਰਪਾ ਕਰ ਇਹਨਾਂ ਬੁਰਾਈਆਂ ਵਿੱਚੋਂ, ਔਗਣਾਂ ਵਿੱਚੋਂ ਆਪ ਹੀ ਹੱਥ ਦੇ ਕੇ ਬਚਾ ਲੈ। ਜਦੋਂ ਬੇਨਤੀ ਕਰਾਂਗੇ, ਸਤਿਗੁਰੂ ਕਹਿੰਦੇ ਫਿਰ ਗੁਰੂ ਕੀ ਸਿੱਖਿਆ ਤੇ ਚੱਲ ਕੇ ਕੀਤੇ ਹੋਏ ਸਿਮਰਨ ਦੇ ਨਾਲ ਬੰਦੇ ਦੇ ਪਿਛਲੇ ਔਗਣ ਮਾਲਕ ਜੀ ਬਖਸ਼ ਲੈਂਦੇ ਨੇ। ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਝਿੜਕ ਦਿੰਦੇ ਨੇ ਕਿ ਵੇਖਿਓ ਜੇ ਅੱਗੇ ਵਾਸਤੇ ਗਲਤੀ ਕਰੀ ਫਿਰ ਨਹੀਂ ਮਾਫ ਕਰਨਾ, ਉਸੇ ਤਰ੍ਹਾਂ ਸਤਿਗੁਰੂ ਵੀ ਸਾਨੂੰ ਆਪਣੇ ਬੱਚੇ ਸਮਝ ਕੇ, ਬਾਲਕ ਸਮਝ ਕੇ ਸਮਝਾਉਂਦੇ ਨੇ। ਇਹ ਬਚਨ ਕਹਿ ਦਿੰਦੇ ਨੇ, ਆਗੇ ਸਮਝ ਚੱਲੋ ਨੰਦ ਲਾਲਾ, ਪਛ ਜੋ ਬੀਤੀ ਸੋ ਬੀਤੀ। ਅੱਗੇ ਤੋਂ ਸਮਝ ਕੇ ਚੱਲਣਾ ਕਰ, ਜਿਹੜਾ ਰਸਤਾ ਹੁਣ ਤੋਂ ਜੀਵਨ ਨੂੰ ਸਵਾਰਨਾ ਸ਼ੁਰੂ ਕਰ ਦੇ। ਇਹ ਐਸਾ ਘਰ ਹੈ, ਰੱਬ ਦਾ ਘਰ, ਜਿੱਥੇ ਬੰਦੇ ਨੂੰ ਹਰ ਉਮਰ ਵਿੱਚ ਬਦਲਣ ਵਾਸਤੇ ਮਾਲਕ ਮੌਕਾ ਦਿੰਦੇ ਨੇ। ਉਡੀਕ ਕਰਦੇ ਨੇ ਕਿ ਕਦੋਂ ਤੂੰ ਬਦਲਣਾ ਚਾਹੇ ਆ ਜਾ, ਤੇ ਸਤਿਗੁਰੂ ਉਸੇ ਵੇਲੇ ਸਿੱਧੇ ਰਸਤੇ ਤੇ ਪਾ ਦਿੰਦੇ ਨੇ। ਹੁਣ ਬੰਦਾ ਇਹ ਨਾ ਸੋਚੀ ਜਾਏ ਜੀ ਮੈਂ ਚਲੋ ਸੁਧਰ ਜਾਵਾਂਗਾ, ਸੁਧਰ ਜਾਵਾਂਗਾ। ਜਵਾਨੀ ਵਿੱਚ ਕਹਿੰਦਾ ਜੀ ਥੋੜ੍ਹਾ ਹੋਰ ਸਮਾਂ ਰਹਿ ਜਾ, ਫਿਰ ਬੁਢੇਪੇ ਵਿੱਚ ਜਾ ਕੇ ਸੁਧਰ ਜਾਵਾਂਗਾ। ਪਰ ਇਹ ਪਤਾ ਕੋਈ ਨਹੀਂ ਕਿ ਬੁਢੇਪਾ ਆਏ ਕਿ ਨਾ ਆਏ। ਇਸ ਕਰਕੇ ਸਮੇਂ ਨੂੰ ਅਜਾਈ ਗਵਾਉਣ ਦੀ ਬਜਾਏ ਅੱਜ ਹੀ ਸੁਧਰ ਨਾ ਕਰੀਏ, ਕਿਉਂਕਿ ਜੇ ਭਰਮ ਕੇ ਵੀ ਆਏ, ਧੋਖੇ ਖਾ ਖਾ ਕੇ, ਸੱਟਾਂ ਖਾ ਖਾ ਕੇ ਆਏ, ਤੇ ਉਹ ਫਿਰ ਕਾਹਦੇ ਆਏ? ਉਹਦੇ ਨਾਲੋਂ ਚੰਗਾ ਹੈ ਕੁਰਾਹੇ ਨਾ ਹੀ ਪਈਏ, ਰਸਤੇ ਚੰਗਾ ਚੁਣੀਏ। ਸਤਿਗੁਰੂ ਕਹਿੰਦੇ ਭਾਈ ਜਿਵੇਂ ਪਰਿਵਾਰ ਦੀ ਕਾਲਖ ਪਲਵਾਲ ਦੇ ਮੱਥੇ ਤੇ ਲੱਗਿਆ ਬੇਇੱਜ਼ਤੀ ਦਾ ਟਿੱਕਾ ਚੰਗੀ ਔਲਾਦ ਲਾ ਦਿੰਦੀ ਹੈ, ਉਸੇ ਤਰ੍ਹਾਂ ਹੀ ਭਾਵੇਂ ਬੰਦਾ ਭੈੜਾ ਹੀ ਹੋਵੇ, ਗਲਤ ਰਸਤੇ ਤੇ ਤੁਰਨ ਵਾਲਾ ਹੀ ਹੋਵੇ, ਪਰ ਜੇ ਸਤਿਗੁਰੂ ਦੀ ਗੱਲ ਮੰਨ ਲਵੇ, ਸਤਿਗੁਰੂ ਉਹਦੀ ਵੀ ਕਾਲਖ ਲਾ ਦਿੰਦੇ ਨੇ। ਸਾਡੇ ਸਮਾਜ ਵਿੱਚ ਅਸੀਂ ਵੇਖਦੇ ਹਾਂ, ਕੋਈ ਪ੍ਰਾਣੀ ਦਾ ਜੀਵਨ ਪਹਿਲਾਂ ਬੁਰਾ ਰਿਹਾ ਹੋਵੇ, ਗਲਤ ਰਸਤੇ ਤੇ ਤੁਰਦਾ ਹੋਵੇ, ਤੇ ਗੁਰੂ ਕਿਰਪਾ ਕਰ ਦੇਵੇ ਚੰਗੇ ਰਸਤੇ ਤੇ ਤੁਰ ਪਵੇ। ਗੁਰੂ ਦੀ ਮੱਤ ਨਾਲ ਜੀਵਨ ਨੂੰ ਸਿੰਗਾਰਨਾ ਆਰੰਭ ਕਰ ਦੇਵੇ। ਤੇ ਸਾਡਾ ਸਮਾਜ, ਅਸੀਂ ਕੀ ਕਹਿੰਦੇ ਆ, ਆ ਵੇਖੋ ਇਹ ਵੱਡਾ ਸਿੱਖ ਬਣਿਆ ਹੈ। ਪਹਿਲਾਂ ਤਾਂ ਅਸੀਂ ਜਾਣਦੇ ਹਾਂ ਇਹ ਸ਼ਰਾਬਾਂ ਵੀ ਪੀਂਦਾ ਸੀ, ਇਹ ਫਲਾਣਾ ਕੁਝ ਕਰਦਾ ਸੀ, ਤੇ ਸੰਸਾਰ ਵਿੱਚ ਲੋਕੀ ਫਿਰ ਤਾਨੇ ਦਿੰਦੇ ਨੇ, ਕਹਿੰਦੇ ਜੀ ਵੇਖੋ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਪਰ ਸਤਿਗੁਰੂ ਕਹਿੰਦੇ ਨੇ ਭਲਿਆ ਚੱਲ ਤਾਂ ਪਈ, ਚਾਹੇ ਭੈੜੇ ਕਰਮ ਕਰਦੇ ਰਹੇ ਪਹਿਲਾਂ ਜੀਵਨ ਵਿੱਚ, ਅਣਜਾਣੇ ਵਿੱਚ, ਜਾਣਦੇ ਹੋਇਆਂ ਜੀਵਨ ਵਿੱਚ ਬੁਰੇ ਕੰਮ ਕੀਤੇ, ਪਰ ਜੇ ਅੱਜ ਸਮਝ ਕੇ ਚੱਲ ਪਏ ਤਾਂ ਅੱਜ ਦਾ ਜੀਵਨ ਵੇਖ। ਪਰ ਅਸੀਂ ਜਾਣ-ਬੁੱਝ ਕੇ ਜਲੀਲ ਕਰਨ ਦੇ ਮਾਰੇ ਦੂਸਰੇ ਨੂੰ, ਹਾਂ ਤੈਨੂੰ ਜਾਣਦੇ ਹਾਂ ਭਾਈ, ਬੰਦੇ ਦੀ ਆਪਣੀ ਕੋਈ ਗਲਤੀ ਨਾ ਸਾਡੇ ਕੋਲੋਂ ਪਕੜੀ ਜਾਏ, ਤੇ ਬੰਦਾ ਜਾਣ-ਬੁੱਝ ਕੇ ਕਿਸੇ ਨੂੰ ਜਲੀਲ ਕਰਨ ਵਾਸਤੇ ਕਹਿੰਦਾ ਹਾਂ ਜਾਣਦੇ ਹਾਂ ਤੇਰਾ ਪਿਤਾ ਇਸ ਤਰ੍ਹਾਂ ਦੇ ਭੈੜੇ ਕੰਮ ਕਰਦਾ ਹੁੰਦਾ ਸੀ, ਜਾਣਦੇ ਹਾਂ ਤੇਰੇ ਅਸੀਂ ਪਿਓ ਦਾਦਿਆਂ ਨੂੰ ਵੀ ਜਾਣਦੇ ਇਸ ਤਰ੍ਹਾਂ ਦੇ ਕਰਮ ਕਰਦੇ ਸਨ। ਅਸੀਂ ਜਾਣ-ਬੁੱਝ ਕੇ ਬੰਦੇ ਦੇ ਔਗਣ ਚੇਤੇ ਕਰਾ ਕੇ ਉਹਨੂੰ ਜਲੀਲ ਕਰਨਾ ਚਾਹੁੰਦੇ ਹਾਂ। ਪਰ ਸਾਹਿਬ ਕਹਿੰਦੇ ਨੇ ਅੱਜ ਨੂੰ ਵੇਖ, ਬੰਦਾ ਅੱਜ ਜੀਵਨ ਕਿਵੇਂ ਦਾ ਜੀ ਰਿਹਾ ਹੈ। ਜੇ ਅੱਜ ਬੰਦੇ ਨੇ ਸੋਹਣਾ ਜੀਵਨ ਬਣਾ ਲਿਆ ਤਾਂ ਸਾਨੂੰ ਹੱਕ ਨਹੀਂ ਕਿ ਉਹਦੇ ਪਿਛਲੇ ਔਗਣਾਂ ਨੂੰ ਫਰੋਲਦੇ ਰਹੀਏ, ਕਿਉਂਕਿ ਅਸੀਂ ਵੀ ਕੋਈ ਦੁੱਧ ਦੇ ਧੋਤੇ ਨਹੀਂ ਆ, ਸਾਡੇ ਵਿੱਚ ਵੀ ਬੇਅੰਤ ਔਗਣ ਹੁੰਦੇ ਨੇ, ਅਸੀਂ ਵੀ ਗਲਤੀਆਂ ਦੇ ਪੁਤਲੇ ਆ। ਪਰ ਅਸੀਂ ਆਪਣੀਆਂ ਗਲਤੀਆਂ ਛੁਪਾ ਕੇ ਦੂਸਰੇ ਦੀਆਂ ਗਲਤੀਆਂ ਨੂੰ ਫਰੋਲਦੇ ਹਾਂ, ਜਾਣ-ਬੁੱਝ ਕੇ ਦੱਸਦੇ ਹਾਂ ਜੀ ਆ ਵੇਖੋ ਇਸ ਤਰ੍ਹਾਂ ਦਾ ਹੁੰਦਾ ਸੀ, ਇਹ ਅੱਜ ਬੜਾ ਸਿੱਖ ਬਣਿਆ, ਅੱਜ ਬੜਾ ਗਿਆਨੀ ਬਣ ਗਿਆ। ਸਤਿਗੁਰੂ ਕਹਿੰਦੇ ਨੇ ਮਾਲਕ ਦਾ ਸੁਆਏ ਮਾਲਕ ਔਗਣ ਨਹੀਂ ਚਿਤਾਰਦਾ। ਮਾਲਕ ਜੇ ਗੁਰੂ ਚਰਨਾਂ ਵਿੱਚ ਆ ਕੇ ਅਸੀਂ ਭੁੱਲਾਂ ਦੀ ਮਾਫੀ ਮੰਗ ਲਈ, ਅੱਗੇ ਤੋਂ ਸਮਝ ਕੇ ਚੱਲ ਪਏ, ਤਾਂ ਗੁਰੂ ਸਾਹਿਬ ਨਹੀਂ ਸਾਨੂੰ ਜਲੀਲ ਕਰਦੇ।
ਇਹ ਸਾਡਾ ਹੀ ਸੁਭਾਅ ਹੈ। ਮਾਲਕ ਦੇ ਘਰ ਵਿੱਚ ਤਾਂ ਸਾਨੂੰ ਹਰ ਵੇਲੇ ਰਸਤਾ ਖੁੱਲ੍ਹਾ ਹੈ, ਆ ਜਦੋਂ ਆਉਣਾ ਚਾਹੇ ਤੇਰਾ ਜੀਵਨ ਸਫਲਾ ਕਰਨ ਵਾਸਤੇ ਗੁਰੂ ਸਾਹਿਬ ਸਿੱਖਿਆ ਦੇ ਦੇਣਗੇ, ਪਰ ਤੁਰਨਾ ਕਰ ਇਸ ਰਸਤੇ। ਤੇ ਸਾਹਿਬ ਕਹਿੰਦੇ ਸਿਮਰ ਤਬਿਐ ਹਿਰਦੈ ਗੁਰ ਮੰਤਰਣੈ, ਪ੍ਰੀਤਮ ਭਗਵਾਨ ਅਚੁੱਤ। ਜਿਸ ਮਾਲਕ ਨਾਲ ਗੁਰੂ ਜੋੜਦੇ ਨੇ ਉਹ ਮਾਲਕ ਬੜਾ ਬੇਅੰਤ ਹੈ, ਸਾਰਿਆਂ ਦਾ ਮਾਲਕ ਹੈ, ਪਿਆਰਾ ਹੈ। ਨਾਨਕ ਸੰਸਾਰ ਸਾਗਰ ਤਾਰਣੈ। ਹੇ ਨਾਨਕ ਜੀ, ਗੁਰੂ ਦੀ ਸਿੱਖਿਆ ਤੇ ਤੁਰਿਆ ਬੰਦਾ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਕਿੰਨੇ ਹੀ ਵੱਡੇ ਵੱਡੇ ਪਾਪੀ ਹੋਵਣ, ਪਰ ਗੁਰੂ ਕਿਰਪਾ ਕਰ ਦਿੰਦੇ ਨੇ, ਪਾਪੀਆਂ ਦੇ ਪਾਪ ਵੀ ਬਖਸ਼ੇ ਜਾਂਦੇ ਨੇ ਜੇ ਬੰਦਾ ਅੱਗੇ ਵਾਸਤੇ ਸਹੀ ਰਸਤੇ ਤੇ ਤੁਰ ਪਵੇ। ਹੁਣ ਜੇ ਸਾਡੇ ਵਰਗੇ ਹੁੰਦੇ, ਅਸੀਂ ਤਾਂ ਕੌਡੇ ਰਾਖਸ਼, ਜਿਹਨੂੰ ਕੌਡਾ ਰਾਖਸ਼ ਕਿਹਾ ਜਾਂਦਾ, ਸੁਧਰ ਕੇ ਭਾਈ ਕੌਡਾ ਬਣ ਗਿਆ ਸੀ। ਫਿਰ ਸੰਗਤਾਂ ਨੂੰ ਉਪਦੇਸ਼ ਦਿਆ ਕਰਦਾ ਸੀ। ਅਸੀਂ ਤਾਂ ਇਹ ਵੀ ਕਿਹਾ ਕਰਨਾ, ਇਹ ਵੇਖੋ ਜੀ, ਕੱਲ ਤੱਕ ਤਾਂ ਇਹ ਬੰਦੇ ਮਾਰ ਕੇ ਖਾਂਦਾ ਸੀ, ਅੱਜ ਵੱਡਾ ਗਿਆਨੀ ਬਣਿਆ। ਪਰ ਨਹੀਂ, ਗੁਰੂ ਨੇ ਨਹੀਂ ਚਿਤਾਰਿਆ। ਜੇ ਕੋਈ ਸੁਧਰਨਾ ਚਾਹੁੰਦਾ ਹੈ, ਜੇ ਆਪਣੇ ਜੀਵਨ ਨੂੰ ਸਵਾਰਦਾ, ਸਤਿਗੁਰੂ ਉਹਨੂੰ ਸੰਸਾਰ ਸਾਗਰ ਤੋਂ ਤਾਰ ਦਿੰਦੇ ਨੇ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਇਸ ਕਰਕੇ ਬੰਦੇ ਦਾ ਅੱਜ ਦਾ ਜੀਵਨ ਵੇਖੀਏ, ਅੱਜ ਕੀ ਕਰ ਰਿਹਾ ਹੈ, ਬੰਦਾ ਕਿਵੇਂ ਜੀ ਰਿਹਾ ਹੈ। ਜੇ ਅੱਜ ਚੰਗੇ ਰਸਤੇ ਤੇ ਤੁਰਿਆ ਹੋਇਆ ਹੈ, ਉਹਨੂੰ ਸ਼ਾਬਾਸ਼ੀ ਦਈਏ, ਭਲਿਆ ਚੰਗਾ ਹੋਇਆ ਤੂੰ ਤੁਰ ਪਿਆ ਇਸ ਰਸਤੇ ਤੇ, ਸੋਹਣਾ ਕੀਤਾ, ਜੀਵਨ ਸਫਲਾ ਕਰ ਲਿਆ। ਕੁਰਾਹੇ ਪਾਉਣ ਵਾਸਤੇ ਨਾ ਸਲਾਹਾਂ ਦੇਈਏ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਭਾਈ ਤੂੰ ਵੀ ਆਪਣੇ ਜੀਵਨ ਨੂੰ ਸਵਾਰ, ਕਿਉਂਕਿ ਸਾਡੇ ਸਾਰਿਆਂ ਵਿੱਚ ਹੀ ਕੋਈ ਨਾ ਕੋਈ ਔਗਣ ਹੁੰਦਾ ਹੈ। ਅਸੀਂ ਸਾਰੇ ਔਗਣਾਂ ਦੇ ਭਰੇ ਹਾਂ, ਕਿਸੇ ਵਿੱਚ ਔਗਣ ਘੱਟ ਨੇ, ਕਿਸੇ ਵਿੱਚ ਵੱਧ ਨੇ। ਤੇ ਔਗਣਾਂ ਦੀ ਕਾਲਖ ਜਿਹੜੀ ਸਾਡੇ ਮੱਥੇ ਤੇ ਲੱਗੀ ਹੈ, ਬੁਰਾਈਆਂ ਦੀ ਕਾਲਖ, ਨੂੰ ਧੋਇਆ ਜਾ ਸਕਦਾ ਹੈ ਜੇ ਗੁਰੂ ਕੀ ਮੱਤ ਤੇ ਚੱਲਣ ਦਾ ਯਤਨ ਕਰੀਏ, ਗੁਰੂ ਕੀ ਸਿੱਖਿਆ ਦੇ ਮੁਤਾਬਕ ਚੱਲੀਏ। ਜੇ ਗੁਰੂ ਕੇ ਬਚਨਾਂ ਮੁਤਾਬਕ ਚੱਲਾਂਗੇ ਤਾਂ ਸਤਿਗੁਰੂ ਨੇ ਬਚਨ ਕਹਿ ਦਿੱਤੇ, ਕਹਿੰਦੇ ਭਰੀ ਹੈ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੈ ਰੰਗ। ਜੇ ਮਤ ਪਾਪਾਂ ਨਾਲ ਵੀ ਭਰੀ ਹੋਵੇ, ਧੋਤੀ ਜਾ ਸਕਦੀ ਹੈ ਜੇ ਬੰਦਾ ਨਾਮ ਦੇ ਰੰਗ ਵਿੱਚ ਜੁੜ ਜਾਏ। ਵੱਡੇ ਵੱਡੇ ਪਾਪੀਆਂ ਦਾ ਉਧਾਰ ਗੁਰੂ ਨੇ ਕਰ ਦਿੱਤਾ। ਸਾਹਿਬ ਦੇ ਬਚਨ ਪੜ੍ਹਦੇ ਆ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ। ਪੱਥਰ ਦੀ ਤਰ੍ਹਾਂ ਕਠੋਰ ਹਿਰਦਿਆਂ ਦੇ ਮਾਲਕ, ਪਸ਼ੂ ਵਿਰਤੀਆਂ ਵਿੱਚ ਜੀਣ ਵਾਲੇ ਗੁਰੂ ਨੇ ਤਾਰ ਦਿੱਤੇ। ਕਿਉਂ? ਕਿਉਂਕਿ ਸਤਿਗੁਰੂ ਦਾ ਸੁਭਾਅ ਹੈ, ਸਤਿਗੁਰੂ ਖਿਮਾ ਕਰ ਦਿੰਦੇ ਨੇ, ਮੁਆਫ ਕਰ ਦਿੰਦੇ ਨੇ। ਪਰ ਤੁਰਨਾ ਚਾਹਵੇ ਕੋਈ ਤਾਂ ਮਾਫੀ ਮਿਲਦੀ। ਜੇ ਬੰਦਾ ਕਹੇ ਜੀ ਮੈਂ ਮਾਫੀ ਮੰਗਣੀ ਵੀ ਕੋਈ ਨਹੀਂ, ਤੇ ਐਵੇਂ ਮਾਫ ਹੋ ਜਾਵਾ, ਨਹੀਂ ਭਾਈ, ਬੇਨਤੀ ਤਾਂ ਕਰਨੀ ਪਏਗੀ। ਪੁਕਾਰ ਕਰਾਂਗੇ ਤਾਂ ਮਾਲਕ ਬਾਂਹ ਪਕੜਦਾ ਹੈ। ਤੇ ਸਾਹਿਬ ਜੀ ਫਿਰ ਬਚਨ ਕਰਦੇ ਨੇ, ਕਹਿੰਦੇ ਮਰਨੰ ਬਿਸਰਨੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਜੇ ਬੰਦੇ ਨੂੰ ਰੱਬ ਵਿਸਰ ਜਾਏ ਤੇ ਸਤਿਗੁਰੂ ਕਹਿੰਦੇ ਬੰਦਾ ਮਰ ਜਾਂਦਾ ਹੈ। ਸਰੀਰ ਕਰਕੇ ਨਹੀਂ, ਸਰੀਰ ਕਰਕੇ ਤਾਂ ਬੰਦਾ ਜੀਵੀ ਜਾਂਦਾ ਹੈ, ਭੋਜਨ ਵੀ ਛਕਦਾ ਹੈ, ਸਾਹ ਵੀ ਲੈਂਦਾ ਹੈ, ਸਾਰਾ ਕੁਝ ਕਰਦਾ ਹੈ। ਪਰ ਜੇ ਬੰਦੇ ਨੂੰ ਰੱਬ ਵਿਸਰਿਆ ਹੋਵੇ, ਬੰਦਾ ਅੰਦਰੋਂ ਮਰਿਆ ਹੁੰਦਾ ਹੈ, ਬੰਦਾ ਗੁਣਾਂ ਦੇ ਨਾਤੇ ਮਰਦਾ ਹੈ। ਸਾਹਿਬ ਜੀ ਕਹਿੰਦੇ ਮਰਨੰ ਬਿਸਰਨੰ ਗੋਬਿੰਦੈ। ਕਿਵੇਂ ਮਰਦਾ ਅੰਦਰੋਂ? ਆਪਾਂ ਸੌਖੀ ਉਦਾਹਰਣ ਲੈ ਲਈਏ। ਅਸੀਂ ਕਿਸੇ ਬੰਦੇ ਤੇ 20, 25, 30 ਸਾਲਾਂ ਤੋਂ ਵਿਸ਼ਵਾਸ ਕੀਤਾ ਹੋਵੇ, ਇਹ ਬੰਦਾ ਬੜਾ ਇਮਾਨਦਾਰ ਹੈ, ਇਹ ਨਾ ਕੋਈ ਚੋਰੀ ਕਰਦਾ ਹੈ, ਨਾ ਕਿਸੇ ਨਾਲ ਬੇਈਮਾਨੀ ਕਰਦਾ। ਸਾਡਾ ਵਿਸ਼ਵਾਸ ਬਣਿਆ ਹੋਵੇ 20, 25 ਸਾਲਾਂ ਤੋਂ, 30 ਸਾਲਾਂ ਤੋਂ, ਪਰ ਅਚਾਨਕ ਸਾਨੂੰ ਪਤਾ ਲੱਗ ਜਾਏ ਤੇ ਇਹ ਬੰਦਾ ਤਾਂ ਚੋਰੀ ਕਰਦਾ ਹੈ। ਜਦੋਂ ਸਾਨੂੰ ਪਤਾ ਲੱਗੇਗਾ ਜਿਸ ਬੰਦੇ ਤੇ ਅਸੀਂ ਵਿਸ਼ਵਾਸ ਕਰਕੇ ਬੈਠੇ ਸਾਂ, 20, 25 ਸਾਲਾਂ ਤੋਂ ਇਸ ਗੱਲ ਤੋਂ ਜਾਣਦੇ ਸਾਂ ਬੰਦਾ ਇਮਾਨਦਾਰ ਹੈ, ਪਰ ਇਹ ਤਾਂ ਬੰਦਾ ਚੋਰੀ ਕਰਦਾ ਹੈ, ਸਾਡੇ ਜੀਵਨ ਵਿੱਚੋਂ ਕੀ ਮਰ ਜਾਏਗਾ? ਉਹਦਾ ਵਿਸ਼ਵਾਸ ਵਾਲਾ ਰੂਪ ਮਰ ਜਾਏਗਾ। ਜਿਹੜੀ ਸਾਡੇ ਅੰਦਰ ਉਹ ਵਿਸ਼ਵਾਸ ਸੀ ਕਿ ਇਮਾਨਦਾਰ ਹੈ, ਇਮਾਨਦਾਰੀ ਵਾਲਾ ਗੁਣ ਸਾਡੇ ਜੀਵਨ ਵਿੱਚੋਂ ਮਰ ਗਿਆ। ਹੁਣ ਉਹ ਬੰਦਾ ਤਾਂ ਜਿਉਂਦਾ ਹੀ ਰਹੇਗਾ, ਪਰ ਅਸੀਂ ਵਿਸ਼ਵਾਸ ਥੋੜ੍ਹਾ ਉਹਦੇ 'ਤੇ ਕਰਾਂਗੇ, ਕਿਉਂਕਿ ਵਿਸ਼ਵਾਸ ਮਰ ਗਿਆ ਹੈ।
ईमानदारी वाला गुण उहदा मर गया। यह है आत्मिक मौत। हुण बंदा भावें बाद विच 10 20 50 साल जींदा भी रहे, पर असीं की कहांगे जे किसी नूं मिलांगे, भाई मैं ते विश्वास कीता सी पर यह बंदा ईमानदार नहीं रहा, बंदा दोबारा नहीं विश्वास करता। हुण उत्थे की होया, बंदे दा ईमानदारी वाला स्वरूप मर गया बंदे दी सुरत विचों। यह है आत्मिक मौत। साहब कहते जे रब विसर जाए बंदे नूं तां बंदा आत्मिक तौर ते मर जांदा है। जीवणं हर नाम धियावणै। जिउंदा कौन है? जिहड़ा नाम ते आउंदा है, गुरु की सिक्ख्या ते आउंदा है, वो असल विच जिउंदा है। कई सारे बंदे पहला मरे हुए सन, भाव के औगण कमाउंदे सन, पर गुण कमाउण लग पए, समझ लो जी पए, विश्वास बन गया लोकां विच। ते साहब जी कहते लभणं साध संगेण, नानक हर पूर्व लिखियण। पर सतगुरु कहते ये मत साध संगत विचों ही आके लभदी है। ये पता गुरु चरनां विचों आके लगदा है कि नाम नाल जुड़िया जीवन है, नाम तो टुटिया मौत है। नानक हर पूर्व लिखना है। हे नानक जी, चंगे भागां नाल पूर्वले कर्मां दे नाल ये दात ये सिक्ख्या मिल जाती है। बंदा अपना जीवन गुरु चरनां में जुड़ के सवार लैंदा है। नहीं तो फिर बंदा आखां जीवां बिसरै मर जाऊं वाली अवस्था विच जींदा है। रब नूं विसार के असी अंदरों मर जाते हाँ। आओ जे सदा वास्ते जीना चाहते हैं, मन करके तो शरीर करके जीवन जिंदगी चाहते हैं, तो गुरु सिक्ख्या मुताबक जीवन बतीत करिए, तां जो असी सदा वास्ते जी सकीए। जी होइयां भुल्लां दी खिमा प्रेम नाल सारी संगत आखो जी वाहिगुरू जी का खालसा वाहिगुरू जी की फतेह।